ਹੈਲੋ एवरीवन, ਅੱਜ ਮੈਂ ਐਟੋਮਿਕ ਐਟਮਸ ਐਂਡ ਮੋਲੀਕਿਊਲਸ ਦਾ ਨੈਕਸਟ ਪਰਮਾਣੂ ਅਤੇ ਅਣੂ ਦਾ ਨੈਕਸਟ ਪਾਰਟ ਲੈ ਕੇ ਆਈ ਹਾਂ, ਜਿਹਦੇ ਵਿੱਚ ਕਿ ਮੈਂ ਪਰਮਾਣੂ ਦੇ ਵੱਖਰੇ ਵੱਖਰੇ ਮਾਡਲਸ ਕਰਵਾਵਾਂਗੀ। ਤਾਂ ਪਰਮਾਣੂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਵੀ ਜਿਹੜਾ ਪਰਮਾਣੂ ਸੀ ਉਹ ਡਾਲਟਨ ਨੇ ਕਿਹਾ ਸੀ ਵੀ ਆਪਾਂ ਇਹਨੂੰ ਵੰਡ ਨਹੀਂ ਸਕਦੇ, ਬਟ ਉਸ ਤੋਂ ਬਾਅਦ ਜਿਹੜੇ ਨੈਕਸਟ ਸਾਇੰਟਿਸਟ ਹੋਏ ਆ ਉਹਨਾਂ ਨੇ ਕੀ ਆ ਪਰਮਾਣੂ ਦੇ ਅੰਦਰ ਆਪਾਂ ਨੂੰ ਹੋਰ ਵੀ ਕਣਾਂ ਬਾਰੇ ਦੱਸਿਆ ਕਿ ਪਰਮਾਣੂ ਦੇ ਅੰਦਰ ਹੋਰ ਵੀ ਕਣ ਹੁੰਦੇ ਨੇ। ਤਾਂ ਸਭ ਤੋਂ ਪਹਿਲਾ ਮਾਡਲ ਸੀ ਥੋਮਸਨ ਅਟੋਮਿਕ ਮਾਡਲ। ਥੋਮਸਨ ਜਿਹੜਾ ਸੀਗਾ, ਥਾਮਸਨ ਵੀ ਜਿਹਨੂੰ ਬੋਲ ਦਿੰਦੇ ਆ, ਥਾਮਸਨ ਜਿਹੜਾ ਸੀਗਾ ਉਹ ਆਂਦਾ ਵੀ ਜਿਹੜਾ ਐਟਮ ਹੁੰਦਾ, ਜਿਹੜਾ ਪਰਮਾਣੂ ਹੁੰਦਾ ਉਹ ਕੀ ਹੁੰਦਾ, ਇੱਕ ਵਾਟਰਮੈਲਨ ਦੀ ਤਰ੍ਹਾਂ ਹੁੰਦਾ, ਜਿਹਦੇ ਅੰਦਰ ਜੋ ਰੈੱਡ ਹੁੰਦਾ ਆ, ਉਹ ਜਿਹੜਾ ਰੈੱਡ ਮਟੀਰੀਅਲ ਆ ਸਾਰਾ ਉਹ ਕੀ ਹੈ, ਇੱਕ ਪੋਜ਼ੀਟਿਵ ਚਾਰਜ ਦੀ ਤਰ੍ਹਾਂ ਕੰਮ ਕਰਦਾ। ਯਾਨੀ ਕਿ ਆਪਣਾ ਜਿਹੜਾ ਐਟਮ ਆ ਉਹ ਕੀ ਹੈ, ਇੱਕ ਧਨਾਤਮਕ ਗੋਲਾ। ਜਿਵੇਂ ਹੁਣ ਇਹਦੇ ਰੈੱਡ ਕਲਰ ਆ ਉਹ ਸਾਰਾ ਕੀ ਆ, ਪੋਜ਼ੀਟਿਵ ਚਾਰਜ ਦਿੱਤਾ ਹੋਇਆ, ਅਤੇ ਉਹਦੇ ਅੰਦਰ ਜਿਹੜੇ ਬੀ ਹੁੰਦੇ ਆ ਉਹ ਕਾਹਦਾ ਕੰਮ ਕਰਦੇ ਆ, ਇਲੈਕਟ੍ਰੋਨਸ ਦਾ ਕੰਮ ਕਰਦੇ ਆ। ਪਲੱਸ ਉਹਨੇ ਕਿਹਾ ਸੀ ਜਿਹੜਾ ਪਰਮਾਣੂ ਆ ਉਹ ਕੀ ਹੁੰਦਾ, ਉਦਾਸੀਨ ਹੁੰਦਾ। ਉਦਾਸੀਨ ਦਾ ਮਤਲਬ ਕੀ ਆ ਵੀ ਜੇ ਮੰਨ ਲਓ ਗੋਲੇ ਦੇ ਵਿੱਚ ਜਿਹੜਾ ਪੋਜ਼ੀਟਿਵ ਚਾਰਜ ਆ ਉਹ +5 ਆ, ਤਾਂ ਉਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਯਾਨੀ ਕਿ ਵਾਟਰਮੈਲਨ ਦੇ ਵਿੱਚ ਜਿਹੜੇ ਬੀ ਨੇ ਉਹ ਕਿੰਨੇ ਹੋਣਗੇ, -5 ਹੋਣਗੇ, ਤਾਂ ਜੋ ਇਹਨਾਂ ਦਾ ਨੈਟ ਚਾਰਜ ਕੀ ਆਊਗਾ, 0 ਆਊਗਾ। ਯਾਨੀ ਕਿ ਥੋਮਸਨ ਨੇ ਕੀ ਆਪਣੇ ਕੋਲ ਡਿਸਕਵਰ ਕੀਤਾ, ਇੱਕ ਤਾਂ ਇਹਨੇ ਆਪਾਂ ਨੂੰ ਇਲੈਕਟ੍ਰੋਨਸ ਦੱਸੇ, ਇੱਕ ਇਹ ਕੀ ਕਹਿੰਦਾ ਵੀ ਜਿਹੜੇ ਪਰਮਾਣੂ ਦੇ ਵਿੱਚ ਜਿਹੜੇ ਮਤਲਬ ਜਿੰਨਾ ਪੋਜ਼ੀਟਿਵ ਚਾਰਜ ਹੋਊਗਾ ਉਨਾ ਹੀ ਉਹਦੇ ਵਿੱਚ ਕੀ ਹੋਊਗਾ, ਨੈਗੇਟਿਵ ਚਾਰਜ ਹੋਊਗਾ। ਉਸ ਤੋਂ ਬਾਅਦ ਇਹਦੀਆਂ ਬਹੁਤ ਖਾਮੀਆਂ ਸੀ, ਜਿਹਦੇ ਕਰਕੇ ਨੈਕਸਟ ਆਪਣੇ ਕੋਲ ਮਾਡਲ ਆਇਆ ਰਦਰਫੋਰਡ ਮਾਡਲ। ਰਦਰਫੋਰਡ ਮਾਡਲ ਨੇ ਸਭ ਤੋਂ ਪਹਿਲਾਂ ਕੀ ਕੀਤਾ, ਇੱਕ ਐਕਸਪੈਰੀਮੈਂਟ ਕੀਤਾ। ਉਹਨੇ ਕੀ ਲੈ ਲਿਆ, ਇੱਕ ਗੋਲਡ ਮੈਟਲ ਦੀ ਕੀ ਲੈ ਲਈ, ਪਤਲੀ ਸ਼ੀਟ ਲੈ ਲਈ, ਉਹਦੇ 'ਤੇ ਉਹਨੇ ਕੀ ਕੀਤਾ, ਅਲਫਾ ਕਣ ਪਾਏ। ਉਹਨੇ ਕੀ ਪਾਏ, ਅਲਫਾ ਕਣ ਪਾਏ। ਜਿਹੜੇ ਅਲਫਾ ਕਣ ਹੁੰਦੇ ਨੇ ਇਹ ਪੋਜ਼ੀਟਿਵ ਚਾਰਜ ਹੁੰਦੇ ਨੇ, ਇਹਨਾਂ ਦੀ ਜਿਹੜੀ ਮਾਤਰਾ ਹੁੰਦੀ ਆ ਉਹ ਹੀਲੀਅਮ-24 ਹੁੰਦੀ ਆ। ਮਤਲਬ ਕੀ ਆ ਵੀ ਜਿਹੜਾ ਇਹਦੇ ਕੋਲ ਚਾਰਜ ਹੁੰਦਾ ਉਹ +2 ਹੁੰਦਾ ਆ। ਉਹਨੇ ਇਹ ਸੋਨੇ ਦੀ ਪੱਤੀ ਕੀ ਕੀਤੀ, ਸੋਨੇ ਦੀ ਪੱਤੀ 'ਤੇ ਅਲਫਾ ਕਣ ਦਾ ਟਕਰਾਓ ਕਰਾਇਆ। ਜਦੋਂ ਉਹਨੇ ਇਹ ਜਿਹੜੀ ਸੋਨੇ ਦੀ ਪੱਤੀ ਸੀ ਇਹ 1000 ਪਰਮਾਣੂਆਂ ਦੇ ਬਰਾਬਰ ਉਹਨੇ ਕੀ ਸੀ, ਮੋਟੀ ਲਈ ਸੀ। ਜਦੋਂ ਉਹਨੇ ਅਲਫਾ ਕਣ ਪਾਏ ਪਰਮਾਣੂ ਦੇ ਉੱਪਰ ਤਾਂ ਉਹ ਦੇਖਦਾ ਵੀ ਜਿਹੜੇ ਕੁਝ ਅਲਫਾ ਪਾਰਟੀਕਲ ਸੀ ਉਹ ਸਿੱਧੇ ਅੱਗੇ ਲੰਘ ਗਏ। ਸਿੱਧੇ ਅੱਗੇ ਲੰਘ ਗਏ ਦਾ ਮਤਲਬ ਕੀ ਆ, ਅਲਫਾ ਪਾਰਟੀਕਲਸ ਨੂੰ ਕੋਈ ਡਿਫੈਕਟ ਨਹੀਂ ਪਿਆ। ਸਿੱਧੇ ਲੰਘ ਗਏ ਤਾਂ ਇਹਦਾ ਮਤਲਬ ਕੀ ਆ, ਉਹ ਆਂਦਾ ਪਰਮਾਣੂ ਦੇ ਅੰਦਰ ਕੀ ਹੁੰਦੀ ਆ, ਖਾਲੀ ਜਗ੍ਹਾ ਹੁੰਦੀ ਆ। ਅਤੇ ਕੁਛ ਪਾਰਟੀਕਲ ਉਹ ਦੇਖਦਾ ਕਿ ਵਾਪਸ ਮੁੜ ਗਏ। ਵਾਪਸ ਕਿਉਂ ਮੁੜ ਗਏ, ਕਿਉਂਕਿ ਪੋਜ਼ੀਟਿਵ ਅਤੇ ਪੋਜ਼ੀਟਿਵ ਚਾਰਜ ਦੇ ਵਿੱਚ ਕੀ ਹੁੰਦੀ ਆ, ਆਪਸ ਦੇ ਵਿੱਚ ਰਿਪਲਸ਼ਨ ਹੁੰਦੀ ਆ। ਪੋਜ਼ੀਟਿਵ ਚਾਰਜ ਨੂੰ ਦੂਰ ਧੱਕਦਾ, ਉਹਨੂੰ ਅੱਗੇ ਲੰਘਣ ਨਹੀਂ ਦਿੰਦਾ, ਜਿਹਦੇ ਕਰਕੇ ਕੁਛ ਕਿਰਨਾਂ ਕੀ ਹੋ ਗਈਆਂ, ਪਿੱਛੇ ਮੁੜ ਗਈਆਂ, ਅਤੇ ਕੁਛ ਕਿਰਨਾਂ ਕੀ ਹੋ ਗਈਆਂ, ਕਿਸੇ ਐਂਗਲ 'ਤੇ ਚੱਲ ਗਈਆਂ। ਠੀਕ ਹੈ, ਇਹਦਾ ਮਤਲਬ ਕੀ ਆ, ਅਲਫਾ ਪਾਰਟੀਕਲ ਕੀ ਹੁੰਦਾ ਆ, ਅਲਫਾ ਪਾਰਟੀਕਲ ਧਨ ਚਾਰਜਿਤ ਸੀਗਾ। ਉੱਥੋਂ ਉਹਨੇ ਕੀ ਪਤਾ ਕੀਤਾ ਵੀ ਇਲੈਕਟ੍ਰੋਨ ਮਤਲਬ ਕੀ ਹੁੰਦਾ ਆ, ਜਿਹੜਾ ਐਟਮ ਹੁੰਦਾ ਉਹਦੇ ਵਿੱਚ ਕੀ ਹੁੰਦੀ ਹੈ, ਇੱਕ ਤਾਂ ਖਾਲੀ ਥਾਂ ਹੁੰਦੀ ਆ, ਇੱਕ ਕੀ ਆ ਕਿ ਉਹਦੇ ਸੈਂਟਰ ਦੇ ਵਿੱਚ ਜਿਹੜਾ ਹੁੰਦਾ ਆ ਉਹ ਕੀ ਹੁੰਦਾ, ਪੋਜ਼ੀਟਿਵ ਚਾਰਜ ਹੁੰਦਾ, ਅਤੇ ਇਲੈਕਟ੍ਰੋਨ ਕੀ ਆ, ਇਲੈਕਟ੍ਰੋਨ ਬਾਹਰ ਇੱਕ ਔਰਬਿਟ ਦੇ ਵਿੱਚ, ਇਲੈਕਟ੍ਰੋਨ ਆਰਬਿਟ ਦੇ ਵਿੱਚ ਘੁੰਮਦਾ, ਅਤੇ ਇਲੈਕਟ੍ਰੋਨ ਦੀ ਜਿਹੜੀ ਊਰਜਾ ਦਾ ਵਿਕਰਨ ਹੁੰਦਾ। ਇਹ ਵੀ ਉਹਨੇ ਕਿਹਾ ਸੀ। ਵਿਕਰਨ ਦਾ ਮਤਲਬ ਕੀ ਆ ਵੀ ਜਿੰਨਾ ਚਿਰ ਇਲੈਕਟ੍ਰੋਨ ਘੁੰਮਦਾ ਰਹਿੰਦਾ ਤਾਂ ਉਹਦੀ ਕੀ ਆ, ਊਰਜਾ ਘਟਦੀ ਰਹਿੰਦੀ ਆ। ਮਤਲਬ ਕੀ ਉਹਦੀ ਕਾਇਨੈਟਿਕ ਐਨਰਜੀ 'ਤੇ ਇਫੈਕਟ ਪੈਂਦਾ। ਤਾਂ ਇਹਦਾ ਕੀ ਸੀਗਾ, ਸਭ ਤੋਂ ਵੱਡੀ ਇਹਦੀ ਲਿਮਿਟੇਸ਼ਨ ਸੀ। ਲਿਮਿਟੇਸ਼ਨ ਕਿਵੇਂ ਸੀ ਉਹ ਮੈਂ ਐਕਸਪਲੇਨ ਕਰਦੀ ਹਾਂ। ਜਿਵੇਂ ਮੰਨ ਲਓ ਵੀ ਇਹਨੇ ਕਿਹਾ ਸੀ ਵੀ ਸੈਂਟਰ ਦੇ ਵਿੱਚ ਕੀ ਆ ਗਿਆ, ਪੋਜ਼ੀਟਿਵ ਚਾਰਜ ਆ ਗਿਆ। ਮਤਲਬ ਕੀ ਆ ਕਿ ਜਿੰਨਾ ਵੀ ਮੰਨ ਲਓ ਆਪਾਂ ਆਕਸੀਜਨ ਲੈ ਰਹੇ ਹਾਂ, ਆਕਸੀਜਨ ਦੇ ਵਿੱਚ ਜੇ 6 ਪੋਜ਼ੀਟਿਵ ਚਾਰਜ ਆ ਤਾਂ 6 ਪੋਜ਼ੀਟਿਵ ਚਾਰਜ ਉਹਦੇ ਸੈਂਟਰ ਦੇ ਵਿੱਚ ਹੀ ਹੋਊਗਾ, ਅਤੇ ਸੈਂਟਰ ਨੂੰ ਉਹਨੇ ਕਾਹਦਾ ਨਾਮ ਦਿੱਤਾ, ਨਿਊਕਲੀਅਸ ਦਾ ਨਾਮ ਦਿੱਤਾ, ਜਿਹਨੂੰ ਆਪਾਂ ਪੰਜਾਬੀ 'ਚ ਕੀ ਆਨੇ ਆ, ਨਾਭਿਕ ਆਨੇ ਆ। ਤਾਂ ਸਾਰਾ ਜਿਹੜਾ ਮਤਲਬ ਪੋਜ਼ੀਟਿਵ ਚਾਰਜ ਆ ਉਹ ਨਿਊਕਲੀਅਸ ਦੇ ਵਿੱਚ ਹੀ ਹੁੰਦਾ, ਅਤੇ ਜਿਹੜਾ ਇਲੈਕਟ੍ਰੋਨ ਹੁੰਦਾ ਉਹ ਕਾਹਦੇ 'ਚ ਘੁੰਮਦਾ, ਔਰਬਿਟ ਦੇ ਵਿੱਚ ਘੁੰਮਦਾ, ਜਿਹਦੀ ਕਿ ਊਰਜਾ ਦਾ ਕੀ ਹੁੰਦਾ, ਵਿਕਰਨ ਹੁੰਦਾ। ਹੁਣ ਦੇਖੋ ਜੇ ਮੰਨ ਲਓ ਇਲੈਕਟ੍ਰੋਨ ਘੁੰਮਦਾ ਪਿਆ, ਜਿਵੇਂ ਮੰਨ ਲਓ ਆਪਾਂ ਹੱਥ ਦੇ ਵਿੱਚ ਕੋਈ ਰੱਸੀ ਦੇ ਨਾਲ ਬੋਲ ਬੰਨ੍ਹ ਲਈਏ, ਆਪਾਂ ਬੋਲ ਨੂੰ ਘੁਮਾਉਂਦੇ ਰਹੀਏ ਤਾਂ ਉਹ ਐਂਡ 'ਤੇ ਜਾ ਕੇ ਕੀ ਆ, ਆਪਣੇ ਘੁੰਮਣੋਂ ਖਤਮ ਹੋ ਜੂਗੀ। ਯਾਨੀ ਕਿ ਉਹ ਕੀ ਆ, ਜਾ ਕੇ ਨਿਊਕਲੀਅਸ ਦੇ ਵਿੱਚ ਵੱਜੂਗਾ। ਬਟ ਇੱਦਾਂ ਦਾ ਕੁਛ ਨਹੀਂ ਹੁੰਦਾ, ਜਿਹੜੀ ਕਿ ਸੀ ਇਹਦੀ ਲਿਮਿਟੇਸ਼ਨ ਸੀ। ਯਾਨੀ ਕਿ ਇਲੈਕਟ੍ਰੋਨ ਆ ਜਿਹੜਾ, ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ, ਜਿਹੜਾ ਕਿ ਇਹਨੇ ਗਲਤ ਦੱਸਿਆ ਸੀ। ਉਸ ਤੋਂ ਨੈਕਸਟ ਮਾਡਲ ਆਉਂਦਾ ਆ ਬੋਹਰਸ ਮਾਡਲ। ਬੋਹਰਸ ਮਾਡਲ
ਇਹਦਾ ਮਤਲਬ ਜਿਹੜਾ ਰਦਰਫੋਰਡ, ਪਹਿਲਾਂ ਰਦਰਫੋਰਡ ਮਾਡਲ ਦੇ ਵਿੱਚ ਆਪਾਂ ਦੱਸ ਦਈਏ ਵੀ ਇਹਨੇ ਕੀ ਦੱਸਿਆ ਸੀ। ਇਹਨੇ ਕਿਹਾ ਸੀ ਕਿ ਸੈਂਟਰ ਦੇ ਵਿੱਚ ਕੀ ਹੁੰਦਾ ਆ, ਨਿਊਕਲੀਅਸ ਹੁੰਦਾ ਆ। ਨਿਊਕਲੀਅਸ ਦੇ ਵਿੱਚ ਕੀ ਹੁੰਦੇ ਨੇ, ਪ੍ਰੋਟੋਨਸ ਹੁੰਦੇ ਨੇ, ਨਿਊਟਰੋਨਸ ਹੁੰਦੇ ਨੇ। ਨਿਊਟਰੋਨਸ ਬਾਰੇ ਆਪਾਂ ਦੱਸਾਂਗੇ ਬਾਅਦ 'ਚ। ਅਤੇ ਇਲੈਕਟ੍ਰੋਨ ਔਰਬਿਟਸ ਹੁੰਦੇ ਨੇ, ਅਤੇ ਇਲੈਕਟ੍ਰੋਨਸ ਇਹਨਾਂ ਇਲੈਕਟ੍ਰੋਨ ਔਰਬਿਟਲਸ ਦੇ ਵਿੱਚ ਕੀ ਆ, ਘੁੰਮਦਾ ਆ। ਨੈਕਸਟ ਆਪਣਾ ਮਾਡਲ ਆ ਬੋਹਰਸ ਮਾਡਲ। ਸਭ ਤੋਂ ਵਧੀਆ ਜਿਹੜਾ ਐਕਸਪਲੇਨ ਕੀਤਾ ਮਾਡਲ ਆ ਉਹ ਬੋਹਰਸ ਮਾਡਲ ਨੇ ਹੀ ਐਕਸਪਲੇਨ ਕੀਤਾ। ਬੋਹਰਸ ਮਾਡਲ ਨੇ ਕੀ ਕਿਹਾ ਸੀ ਕਿ ਸੈਂਟਰ ਦੇ ਵਿੱਚ ਕੀ ਹੁੰਦਾ ਆ, ਨਿਊਕਲੀਅਸ ਹੁੰਦਾ ਆ। ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਆ, ਅਤੇ ਜਿਹੜਾ ਐਟਮ ਦਾ ਭਾਰ ਹੁੰਦਾ ਉਹ ਸਿਰਫ ਇਸ ਨਿਊਕਲੀਅਸ ਕਰਕੇ ਹੀ ਹੁੰਦਾ। ਅਤੇ ਇਹਦੇ ਕੋਲ ਕੀ ਹੁੰਦੇ ਨੇ, ਪ੍ਰੋਟੋਨਸ ਹੁੰਦੇ ਨੇ, ਅਤੇ ਇੱਕ ਇਹਨਾਂ ਕੋਲ ਹੁੰਦੇ ਨੇ ਨਿਊਟਰੋਨਸ। ਹੁਣ ਪ੍ਰੋਟੋਨਸ ਕੀ ਹੁੰਦੇ ਨੇ, ਪ੍ਰੋਟੋਨਸ ਪੋਜ਼ੀਟਿਵਲੀ ਚਾਰਜ ਪਾਰਟੀਕਲਸ ਹੁੰਦੇ ਨੇ ਜਿਨ੍ਹਾਂ ਦਾ ਕੀ ਆ, ਪੁੰਜ ਵੀ ਹੁੰਦਾ, ਯਾਨੀ ਕਿ ਇਹ ਪੋਜ਼ੀਟਿਵ ਚਾਰਜ ਹੁੰਦੇ ਨੇ ਅਤੇ ਇਹਨਾਂ ਦਾ ਪੁੰਜ ਹੁੰਦਾ। ਅਤੇ ਜਿਹੜੇ ਨਿਊਟਰੋਨਸ ਹੁੰਦੇ ਨੇ ਇਹਨਾਂ ਦਾ ਪੁੰਜ ਤਾਂ ਹੁੰਦਾ, ਬਟ ਇਹਨਾਂ ਕੋਲ ਕੋਈ ਚਾਰਜ ਨਹੀਂ ਹੁੰਦਾ, ਯਾਨੀ ਕਿ ਇਹਨਾਂ ਸਿਰਫ ਜਿਹੜੇ ਨਿਊਟਰੋਨਸ ਹੁੰਦੇ ਨੇ ਇਹਨਾਂ ਦਾ ਸਿਰਫ ਕੀ ਹੁੰਦਾ ਆ, ਪੁੰਜ ਹੁੰਦਾ ਹੈ, ਇਹਨਾਂ ਦਾ ਕੋਈ ਚਾਰਜ ਨਹੀਂ ਹੁੰਦਾ। ਜਿਹੜੇ ਇਲੈਕਟ੍ਰੋਨ ਸੀ ਉਹ ਡਿਸਕਵਰ ਕੀਤੇ ਸੀ ਥਾਮਸਨ ਨੇ, ਅਤੇ ਜਿਹੜੇ ਪ੍ਰੋਟੋਨ ਸੀ ਉਹ ਡਿਸਕਵਰ ਕੀਤੇ ਸੀ ਈ ਗੋਲਡਸਟਿਨ ਨੇ, ਅਤੇ ਜਿਹੜੇ ਨਿਊਟਰੋਨ ਸੀ ਇਹ ਡਿਸਕਵਰ ਕੀਤੇ ਸੀ ਜੇ ਚੈਡਵਿਕ ਨੇ। ਉਸ ਤੋਂ ਬਾਅਦ ਆਪਾਂ ਦੱਸਦੇ ਹਾਂ ਵੀ ਬੋਹਰਸ ਮਾਡਲ ਨੇ ਕੀ ਕਿਹਾ ਸੀ। ਬੋਹਰਸ ਮਾਡਲ ਨੇ ਕਿਹਾ ਸੀ ਕਿ ਸੈਂਟਰ 'ਤੇ ਕੀ ਹੁੰਦਾ ਹੈ, ਨਿਊਕਲੀਅਸ। ਨਿਊਕਲੀਅਸ ਦੇ ਵਿੱਚ ਕੀ ਹੁੰਦਾ ਆ, ਪ੍ਰੋਟੋਨਸ ਹੁੰਦੇ ਨੇ ਅਤੇ ਨਿਊਟਰੋਨਸ ਹੁੰਦੇ ਨੇ, ਅਤੇ ਇਲੈਕਟ੍ਰੋਨਸ ਕੀ ਆ, ਆਲੇ ਦੁਆਲੇ ਵੱਖਰੇ ਵੱਖਰੇ ਐਨਰਜੀ ਸ਼ੈਲਸ ਦੇ ਵਿੱਚ ਘੁੰਮਦੇ ਨੇ। ਪਹਿਲੇ ਐਨਰਜੀ ਸ਼ੈਲ ਨੂੰ ਇਹਨੇ ਨਾਮ ਦਿੱਤਾ ਸੀ ਕੇ ਸ਼ੈਲ ਦਾ। ਦੂਸਰੇ ਐਨਰਜੀ ਸ਼ੈਲ ਨੂੰ ਇਹਨੇ ਨਾਮ ਦਿੱਤਾ ਸੀ ਐਲ ਸ਼ੈਲ ਦਾ। ਉਸ ਤੋਂ ਨੈਕਸਟ ਐਮ ਸ਼ੈਲ, ਅਤੇ ਉਸ ਤੋਂ ਇੱਕ ਨੈਕਸਟ ਹੁੰਦਾ ਆ ਐਨ ਸ਼ੈਲ। ਹੁਣ ਉਸ ਤੋਂ ਬਾਅਦ ਉਹਨੇ ਕਿਹਾ ਸੀ ਵੀ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਉਹਨਾਂ ਦੀ ਕੈਨੈਟਿਕ ਐਨਰਜੀ ਡਿਕਰੀਜ਼ ਨਹੀਂ ਹੁੰਦੀ। ਇਹਨਾਂ ਨੂੰ ਉਹਨੇ ਕਿਹਦਾ ਨਾਮ ਦਿੱਤਾ ਸੀ, ਜਿਹੜੀਆਂ ਕੇ ਸ਼ੈਲ, ਐਲ ਸ਼ੈਲ, ਐਨ ਸ਼ੈਲ, ਐਮ ਸ਼ੈਲ, ਇਹਨਾਂ ਨੂੰ ਵਿਸ਼ੇਸ਼ ਪੱਥ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਊਰਜਾ ਪੱਧਰ ਜਾਂ ਊਰਜਾ ਦੇ ਸ਼ੈਲ ਵੀ ਕਿਹਾ ਜਾਂਦਾ ਹੈ, ਐਨਰਜੀ ਲੈਵਲਸ ਕਿਹਾ ਜਾਂਦਾ ਆ, ਜਾਂ ਇਹਨਾਂ ਨੂੰ ਸਿੱਧਾ ਨਾਮ ਲੈ ਕੇ ਬੁਲਾਇਆ ਜਾਂਦਾ ਹੈ ਕੇ ਇਕੁਅਲ ਟੂ, ਕੇ ਸ਼ੈਲ ਦਾ ਮਤਲਬ ਕੀ ਹੈ, ਪਹਿਲੀ ਸ਼ੈਲ, ਯਾਨੀ ਕਿ ਐਨ ਇਕੁਅਲ ਟੂ 1। ਇਹ ਵੀ ਆਪਾਂ ਡਿਸਕਸ ਕਰ ਲੈਣੇ ਨੇ ਕੀ ਦਿੱਤਾ ਸੀ। ਕੇ ਸ਼ੈਲ ਵਾਸਤੇ ਨੇ ਕਿਹਾ ਸੀ ਵੀ ਐਨ ਦੀ ਵੈਲਿਊ ਕੀ ਹੁੰਦੀ ਆ, 1। ਐਲ ਸ਼ੈਲ ਵਾਸਤੇ ਐਨ ਦੀ ਵੈਲਿਊ 2। ਐਮ ਸ਼ੈਲ ਵਾਸਤੇ ਐਨ ਦੀ ਵੈਲਿਊ ਕਿੰਨੀ ਹੁੰਦੀ ਆ, 3। ਅਤੇ ਐਨ ਸ਼ੈਲ ਵਾਸਤੇ ਐਨ ਦੀ ਵੈਲਿਊ ਹੁੰਦੀ ਆ 4। ਉਸ ਤੋਂ ਬਾਅਦ ਇਹਨੇ ਕਿਹਾ ਸੀ ਵੀ ਹਰ ਇੱਕ ਸ਼ੈਲ ਦੇ ਵਿੱਚ ਜਿਹੜੇ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਨੇ ਉਹ ਫਿਕਸ ਹੁੰਦੇ ਨੇ। ਉਹਨੇ ਕਿਹਾ ਸੀ ਵੀ ਕੇ ਦੇ ਵਿੱਚ ਜਿਹੜੇ ਮੈਕਸੀਮਮ 2 ਇਲੈਕਟ੍ਰੋਨ ਆ ਸਕਦੇ ਆ, ਘੱਟ ਤੋਂ ਘੱਟ ਤਾਂ 1 ਇਲੈਕਟ੍ਰੋਨ ਵੀ ਆ ਸਕਦਾ, ਜਿਵੇਂ ਹਾਈਡਰੋਜਨ ਦੇ ਵਿੱਚ 1 ਹੀ ਇਲੈਕਟ੍ਰੋਨ ਆ, ਬਟ ਉਹਨੇ ਕਿਹਾ ਸੀ ਵੀ ਮੈਕਸੀਮਮ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ, 2 ਇਲੈਕਟ੍ਰੋਨ ਆ ਸਕਦੇ ਆ। ਅਤੇ ਐਲ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਆ ਸਕਦੇ ਆ, 8 ਇਲੈਕਟ੍ਰੋਨਸ ਵੀ ਆ ਸਕਦੇ ਆ। ਹੁਣ ਇੱਕ ਚੀਜ਼ ਇਹਨੇ ਹੋਰ ਵੀ ਕਹੀ ਸੀ ਵੀ ਪਹਿਲਾਂ ਕੇ ਸ਼ੈਲ ਆਪਣਾ ਪੂਰਾ ਫਿਲ ਕਰਾਂਗੇ, ਫਿਰ ਨੈਕਸਟ ਸ਼ੈਲ ਦੇ ਵਿੱਚ ਆਪਾਂ ਇਲੈਕਟ੍ਰੋਨ ਭਰਨੇ ਸਟਾਰਟ ਕਰਾਂਗੇ, ਯਾਨੀ ਕਿ ਪਹਿਲਾਂ ਆਪਾਂ 2 ਇਲੈਕਟ੍ਰੋਨ ਪਹਿਲੇ ਸ਼ੈਲ 'ਚ ਭਰ ਦਾਂਗੇ, ਉਸ ਤੋਂ ਬਾਅਦ ਆਪਾਂ ਕਿਹਦੀ ਫਿਲਿੰਗ ਸਟਾਰਟ ਕਰਾਂਗੇ, ਐਲ ਸ਼ੈਲ ਦੀ ਫਿਲਿੰਗ ਸਟਾਰਟ ਕਰਾਂਗੇ। ਫਿਰ ਜਿੰਨਾ ਚਿਰ 8 ਇਲੈਕਟ੍ਰੋਨ ਐਲ ਸ਼ੈਲ ਦੇ ਵਿੱਚ ਫਿਲ ਨਹੀਂ ਹੋ ਜਾਂਦੇ ਉਨਾ ਚਿਰ ਆਪਾਂ ਇਲੈਕਟ੍ਰੋਨਸ ਐਮ ਸ਼ੈਲ ਦੇ ਵਿੱਚ ਫਿਲਅਪ ਨਹੀਂ ਕਰ ਸਕਦੇ। ਐਮ ਸ਼ੈਲ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੁੰਦੇ ਨੇ 18 ਹੁੰਦੇ ਨੇ, ਅਤੇ ਐਨ ਸ਼ੈਲ ਦੇ ਵਿੱਚ ਮੈਕਸੀਮਮ 32 ਇਲੈਕਟ੍ਰੋਨਸ ਆ ਸਕਦੇ ਨੇ। ਇਹਨਾਂ ਦਾ ਜਨਰਲ ਫਾਰਮੂਲਾ ਹੁੰਦਾ ਆ 2n²। ਐਨ ਕੀ ਆ ਆਪਣੇ ਕੋਲੇ, ਨੰਬਰ ਆਫ ਸ਼ੈਲ। ਹੁਣ ਦੇਖੋ ਪਹਿਲਾਂ ਆਪਾਂ ਐਨ ਦੀ ਵੈਲਿਊ ਜੇ 1 ਭਰੀਏ ਤਾਂ ਆਨਸਰ ਕੀ ਆ ਗਿਆ, 2। ਜੇ ਐਨ ਦੀ ਵੈਲਿਊ 2 ਭਰੀਏ ਤਾਂ 2 ਦਾ ਸਕੇਅਰ ਹੋ ਗਿਆ 4, 4 2 8 ਆ ਗਿਆ। ਫਿਰ ਐਨ ਦੀ ਵੈਲਿਊ ਜਦੋਂ ਤੁਸੀਂ 3 ਭਰੋਗੇ ਤਾਂ ਆਨਸਰ 18 ਆਊਗਾ, ਐਨ ਦੀ ਵੈਲਿਊ 4 ਭਰੋਗੇ ਤਾਂ ਆਨਸਰ ਕੀ ਆਊਗਾ, 32 ਆਊਗਾ। ਤਾਂ ਇਹ ਸੀਗਾ ਬੋਹਰਸ ਮਾਡਲ, ਬੋਹਰਸ ਅਤੇ ਵਰੀ ਦਾ ਮਾਡਲ ਸੀ। ਉਸ ਤੋਂ ਬਾਅਦ ਨੈਕਸਟ ਆਪਾਂ ਕਿਸੇ ਐਲੀਮੈਂਟ ਨੂੰ ਕਿੱਦਾਂ ਲਿਖਣਾ ਆ। ਜਿਵੇਂ ਮੰਨ ਲਓ ਸਪੋਜ਼ ਕਰ ਲਓ ਕੋਈ ਵੀ ਐਲੀਮੈਂਟ ਐਕਸ ਆ, ਉਹਨੂੰ ਆਪਾਂ ਮਤਲਬ ਉਹਦਾ ਸੰਕੇਤ ਲਿਖਾਂਗੇ। ਜਿਵੇਂ ਮੰਨ ਲਓ ਆਕਸੀਜਨ ਆ, ਤਾਂ ਆਕਸੀਜਨ ਦਾ ਸੰਕੇਤ ਕੀ ਹੁੰਦਾ, ਉਹ ਆਕਸੀਜਨ ਦੇ ਪੈਰ ਦੇ ਵਿੱਚ ਇੱਧਰ ਲੈਫਟ ਸਾਈਡ 'ਤੇ ਆਪਾਂ ਲਿਖਦੇ ਹਾਂ ਅਟੋਮਿਕ ਨੰਬਰ, ਜਾਂ ਕਹਿ ਸਕਦੇ ਹਾਂ ਉਹਨੂੰ ਪਰਮਾਣੂ ਸੰਖਿਆ। ਪਰਮਾਣੂ ਸੰਖਿਆ ਯਾਨੀ ਕਿ ਜੇ ਕੋਈ ਵੀ ਐਲੀਮੈਂਟ ਆਪਾਂ ਨੂੰ ਪੇਪਰ ਦੇ ਵਿੱਚ ਲਿਖਿਆ ਆਉਂਦਾ, ਜਿੰਨਾ ਵੀ ਨੰਬਰ ਪੈਰ 'ਚ ਲਿਖਿਆ ਵਾ, ਜਿਵੇਂ ਆਕਸੀਜਨ ਦੇ ਪੈਰ 'ਚ 8 ਲਿਖਿਆ ਵਾ, ਤਾਂ ਇਹਦੀ ਪਰਮਾਣੂ ਸੰਖਿਆ ਕੀ ਆ, 8। ਅਤੇ ਉੱਪਰ ਲਿਖਿਆ ਹੁੰਦੀ ਆ ਉਹਦੀ ਪੁੰਜ ਸੰਖਿਆ। ਤਾਂ ਇਹਦੀ ਪੁੰਜ ਸੰਖਿਆ ਹੁੰਦੀ ਆ 16। ਪਰਮਾਣੂ ਸੰਖਿਆ ਆਪਾਂ ਨੂੰ ਕਿੰਨੀ ਦੱਸਦੀ ਆ ਕਿ ਇਹਦੇ 'ਚ ਕਿੰਨੇ ਪ੍ਰੋਟੋਨਸ ਨੇ। ਤਾਂ ਹੁਣ ਜਿਵੇਂ ਆਕਸੀਜਨ ਦੇ ਵਿੱਚ ਪ੍ਰੋਟੋਨਸ ਕਿੰਨੇ ਹੋਣਗੇ, 8। ਅਤੇ ਹੁਣ ਆਪਾਂ ਨੂੰ ਪਤਾ ਵੀ ਜਿਹੜੇ ਪ੍ਰੋਟੋਨਸ, ਪਰਮਾਣੂ ਕੀ ਹੁੰਦਾ, ਉਦਾਸੀਨ ਹੁੰਦਾ। ਇਹਦੇ ਵਿੱਚ ਜਿੰਨੇ ਪ੍ਰੋਟੋਨਸ ਹੁੰਦੇ ਨੇ ਓਨੇ ਇਲੈਕਟ੍ਰੋਨਸ ਹੋਣਗੇ। ਤਾਂ ਇਹਦੇ ਵਿੱਚ ਇਲੈਕਟ੍ਰੋਨਸ ਵੀ ਕਿੰਨੇ ਹੋਣਗੇ, 8।
ਉਸ ਤੋਂ ਬਾਅਦ ਹੁਣ ਆਪਾਂ ਨੂੰ ਪਤਾ ਹੈ ਵੀ ਅਟੋਮਿਕ ਮਾਸ ਕੀ ਆ? ਪੁੰਜ, ਐਟਮ ਦਾ ਭਾਰ। ਤੇ ਐਟਮ ਦਾ ਭਾਰ ਜਿਵੇਂ ਬੋਹਰ ਨੇ ਦੱਸਿਆ ਸੀ ਕਾਹਦੇ ਕਰਕੇ ਹੁੰਦਾ ਹੈ? ਸਿਰਫ ਆਪਣੇ ਨਿਊਕਲੀਅਸ ਦੇ ਵਿੱਚ ਹੁੰਦਾ ਇਹਦਾ ਭਾਰ ਸਾਰਾ। ਤੇ ਉਹ ਕਾਹਦੇ ਕਰਕੇ ਹੁੰਦਾ ਹੈ? ਪ੍ਰੋਟੋਨਸ ਕਰਕੇ ਤੇ ਨਿਊਟਰੋਨਸ ਕਰਕੇ, ਕਿਉਂਕਿ ਇਲੈਕਟ੍ਰੋਨਸ ਦਾ ਬਿਲਕੁਲ ਵੀ ਭਾਰ ਨਾਮਾਂਤਰ ਹੁੰਦਾ। ਇਲੈਕਟ੍ਰੋਨਸ ਦਾ ਜਿਹੜਾ ਭਾਰ ਆ ਉਹ 9.1 × 10⁻31 ਹੁੰਦਾ, ਯਾਨੀ ਕਿ 0 ਤੋਂ ਵੀ ਛੋਟਾ ਆ। ਇਲੈਕਟ੍ਰੋਨ ਦਾ ਬਿਲਕੁਲ ਹੀ ਭਾਰ ਨਹੀਂ ਹੁੰਦਾ। ਹੁਣ ਆਪਾਂ ਦੱਸਣਾ ਹੈ ਕਿ ਇਹਦੇ ਵਿੱਚ ਪ੍ਰੋਟੋਨਸ ਕਿੰਨੇ ਹੁੰਦੇ ਨੇ, ਨਿਊਟਰੋਨਸ ਕਿੰਨੇ ਹੁੰਦੇ ਨੇ। ਹੁਣ ਦੇਖੋ 8 ਆਪਣੇ ਕੋਲ ਟੋਟਲ ਮਾਸ ਕਿੰਨਾ ਸੀ? 16। ਪ੍ਰੋਟੋਨਸ ਵਿੱਚ ਕਿੰਨੇ ਹੋ ਗਏ? 8। ਤਾਂ ਨਿਊਟਰੋਨਸ ਕਿੰਨੇ ਹੋਣਗੇ? 16 - 8 8। ਤਾਂ ਕੱਲ੍ਹ ਮੈਂ ਤੁਹਾਨੂੰ ਇਹਦੀ ਨੈਕਸਟ ਵੀਡੀਓ ਅਪਲੋਡ ਕਰ ਦਾਂਗੀ ਜਿਹਦੇ ਵਿੱਚ ਮੈਂ ਸਾਰੇ ਐਟਮਸ ਦੇ ਅਟੋਮਿਕ ਮਾਸ, ਉਹਨਾਂ ਦੇ ਨੰਬਰ ਆਫ ਪ੍ਰੋਟੋਨਸ ਅਤੇ ਨੰਬਰ ਆਫ ਨਿਊਟਰੋਨਸ। ਇੱਕ ਐਗਜ਼ਾਮਪਲ ਮੈਂ ਹੋਰ ਕਰਵਾ ਦਿੰਦੀ ਹਾਂ। ਜਿਵੇਂ ਐਗਜ਼ਾਮਪਲ ਹੈ, ਮੰਨ ਲਓ ਸੋਡੀਅਮ ਦਾ ਅਟੋਮਿਕ ਨੰਬਰ ਹੁੰਦਾ 11, ਪਰਮਾਣੂ ਸੰਖਿਆ, ਅਤੇ ਮਾਸ ਹੁੰਦਾ 23। ਹੁਣ ਆਪਾਂ ਇਹਦੇ ਵਿੱਚ ਦੱਸਦੇ ਹਾਂ ਕਿੰਨੇ ਪ੍ਰੋਟੋਨਸ ਨੇ, ਕਿੰਨੇ ਇਲੈਕਟ੍ਰੋਨਸ ਨੇ, ਕਿੰਨੇ ਨਿਊਟਰੋਨਸ ਨੇ। ਪਰਮਾਣੂ ਸੰਖਿਆ ਕਿੰਨੀ ਹੈ? 11। ਇਹਦੇ ਵਿੱਚ ਪ੍ਰੋਟੋਨਸ ਕਿੰਨੇ ਹੁੰਦੇ ਨੇ? 11। ਅਤੇ ਇਲੈਕਟ੍ਰੋਨਸ ਵੀ ਕਿੰਨੇ ਹੁੰਦੇ ਨੇ? 11, ਕਿਉਂਕਿ ਇਹਨਾਂ ਦੀ ਸੰਖਿਆ ਬਰਾਬਰ ਹੋਊਗੀ ਤਾਂ ਹੀ ਆਪਣਾ ਐਟਮ ਕੀ ਹੋਊਗਾ? ਉਦਾਸੀਨ ਹੋਊਗਾ। ਅਤੇ ਆਪਾਂ ਨੂੰ ਪਤਾ ਪ੍ਰੋਟੋਨ ਪਲੱਸ ਨਿਊਟਰੋਨ ਕਾਹਦੇ ਬਰਾਬਰ ਹੁੰਦਾ? ਅਟੋਮਿਕ ਮਾਸ, ਜੋ ਕਿ ਦੇ ਰੱਖਿਆ 23। ਤਾਂ ਪ੍ਰੋਟੋਨ ਆਪਾਂ ਨੂੰ ਪਤਾ 11 ਨੇ, ਤਾਂ ਨਿਊਟਰੋਨ ਕਿੰਨੇ ਹੋਣਗੇ ਆਪਣੇ ਕੋਲੇ? 23 - 11 ਯਾਨੀ ਕਿ 12। ਤਾਂ ਇਹ ਮੈਥਡ ਆ। ਤਾਂ 2-3 ਐਗਜ਼ਾਮਪਲਸ ਮੈਂ ਤੁਹਾਨੂੰ ਦੇ ਦਿੰਦੀ ਹਾਂ, ਉਹਦੇ ਤੁਸੀਂ ਫਾਈਂਡ ਕਰ ਲੈਣੇ ਆ। ਅਲਮੀਨੀਅਮ 13 ਅਤੇ 27, ਇਹਦੇ ਪ੍ਰੋਟੋਨ, ਇਲੈਕਟ੍ਰੋਨ ਅਤੇ ਨਿਊਟਰੋਨ ਤੁਸੀਂ ਫਾਈਂਡ ਕਰਕੇ ਦੇਖਣੇ ਨੇ ਕਿੰਨੇ ਆਉਣਗੇ। ਇੱਕ ਐਗਜ਼ਾਮਪਲ ਹੈ ਮੈਗਨੀਸ਼ੀਅਮ 12 24, ਨਾਈਟ੍ਰੋਜਨ 7 9, ਆਕਸੀਜਨ ਤਾਂ ਹੋ ਹੀ ਗਿਆ, ਕਾਰਬਨ 6 12। ਇਹਨਾਂ ਸਾਰੇ ਐਲੀਮੈਂਟਸ ਦੇ ਤੁਸੀਂ ਅਟੋਮਿਕ ਮਾਸ ਤਾਂ ਹੋ ਹੀ ਗਿਆ, ਠੀਕ ਹੈ, ਦਿੱਤਾ ਹੀ ਹੋਇਆ। ਨੰਬਰ ਆਫ ਪ੍ਰੋਟੋਨਸ, ਨੰਬਰ ਆਫ ਇਲੈਕਟ੍ਰੋਨਸ ਅਤੇ ਨੰਬਰ ਆਫ ਨਿਊਟਰੋਨਸ ਤੁਸੀਂ ਦੱਸਣੇ ਨੇ।